ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਭੂਲ ਛਿਵੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਕਿਰਪਾ ਕਰੋ ਦੀਨ ਕੇ ਦਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਧਗੋਸ਼ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਸਿੱਧਗੋਸ਼ ਦੀ ਇਹ ਨਿਰਾਲੀ ਬਾਣੀ ਦੇ ਅਸੀਂ 41 ਪਦੇ ਵਿਚਾਰ ਚੁੱਕੇ ਹਾਂ। ਅੱਜ ਅਸੀਂ 42ਵੇਂ ਪਦੇ ਦੀ ਵਿਚਾਰ ਕਰਨ ਲੱਗੇ ਹਾਂ। ਕਈ ਪਦਿਆਂ ਤੋਂ ਗੁਰੂ ਸਾਹਿਬ ਗੁਰਮੁਖ ਦੀ ਵਿਚਾਰ ਚਲਾ ਰਹੇ ਹਨ। ਜਿਵੇਂ ਗੁਰਮੁਖ ਇੱਕ ਐਟੀਟਿਊਡ ਹੈ ਜਿਹਦੇ ਨਾਲ ਕਸੌਟੀ ਹੈ, ਜਿਸ ਦੇ ਨਾਲ ਸਮਝ ਆ ਸਕਦੀ ਹੈ ਕਿ ਅਸੀਂ ਨਿਰੰਕਾਰ ਦੇ ਨੇੜੇ ਜਾ ਰਹੇ ਹਾਂ ਕਿ ਨਹੀਂ। ਅਤੇ ਗੁਰਮੁਖ ਦੀ ਕੀ ਲੱਛਣ ਹਨ, ਕੀ ਉਹਦਾ ਨੇਚਰ ਹੈ, ਕੀ ਇਸ ਐਟੀਟਿਊਡ ਦੇ ਵਿੱਚ ਸਾਨੂੰ ਮਿਲਦਾ ਹੈ, ਕੀ ਇਹਦੇ ਲਾਭ ਔਰ ਨੁਕਸਾਨ ਹਨ। ਕਈ ਪਦਿਆਂ ਤੋਂ ਸਾਹਿਬ ਇਹ ਵਿਚਾਰ ਰਹੇ ਹਨ। ਇਸ ਬਾਣੀ ਵਿੱਚ ਹਜ਼ੂਰ ਨੇ ਸਾਨੂੰ ਬਹੁਤ ਕੁਝ ਸਮਝਾਇਆ ਹੈ। ਗੁਰੂ ਕੀ ਹੈ, ਗੁਰੂ ਦੀ ਕੀ ਲੋੜ ਹੈ, ਉਹ ਅਵਸਥਾ ਕਿਹੜੀ ਹੈ ਜਿੱਥੇ ਸਭ ਸੁੰਨ ਹੈ, ਕਿੱਥੋਂ ਸ੍ਰਿਸ਼ਟੀ ਆ ਰਹੀ ਹੈ, ਕਿਸ ਤੋਂ ਜਾ ਰਹੀ ਹੈ, ਕਿੱਥੇ ਇਹ ਸਮਾ ਜਾਏਗੀ। ਸਿੱਧਾਂ ਦੇ ਬੜੇ ਗਹਿਨ ਪ੍ਰਸ਼ਨਾਂ ਦੇ ਜਵਾਬ ਗੁਰੂ ਸਾਹਿਬ ਨੇ ਦਿੱਤੇ ਹਨ। ਔਰ ਫਿਰ ਹੁਣ ਜਿਸ ਤਰ੍ਹਾਂ ਕਿ ਇੱਕ ਮੋਨੋਲੋਗ ਵਿੱਚ ਕੋਈ ਸਤੋਰੀ ਵਿੱਚ ਚਲੇ ਜਾਂਦਾ ਹੈ, ਇੱਕ ਵਿਸਮਾਦ ਵਿੱਚ ਸਾਹਿਬ ਗੁਰਮੁਖ ਦੀ ਨਰੇਸ਼ਨ ਸਾਨੂੰ ਦੱਸ ਰਹੇ ਹਨ। ਇੱਕ ਮਾਨਸਿਕ ਅਵਸਥਾ ਹੈ, ਮਨ ਦੀ ਸਥਿਤੀ ਹੈ ਗੁਰਮੁਖ। ਜਿਤਨਾ ਅਸੀਂ ਗੁਰਮੁਖ ਵਿਚਾਰਾਂਗੇ ਉਤਨਾ ਸਾਡਾ ਮਨ ਵੀ ਪ੍ਰੇਰਿਤ ਹੋਏਗਾ ਇਸ ਅਵਸਥਾ ਨੂੰ ਜਾਣਨ ਵਾਸਤੇ। ਨਾਮ ਅਭਿਆਸ, ਸਹਿਜ ਅਵਸਥਾ, ਗੁਰੂ, ਇਹ ਸਾਰੇ ਲੱਛਣਾਂ ਦੀ ਨਿਸ਼ਾਨੀ ਸਾਹਿਬ ਸਾਨੂੰ ਨਾਲ ਨਾਲ ਵਿਚਾਰਦੇ ਜਾ ਰਹੇ ਹਨ। ਅੱਜ ਗੁਰਮੁਖ ਦੇ ਪਦੇ ਦੀ ਵਿਚਾਰ ਅੱਗੇ ਵਧੇਗੀ ਔਰ ਅਗਲੇ ਪਦੇ ਤੋਂ ਸਿੱਧ ਔਰ ਗੁਰੂ ਨਾਨਕ ਸਾਹਿਬ ਦੇ ਵਿੱਚ, ਸਿੱਧਾ ਔਰ ਗੁਰੂ ਨਾਨਕ ਸਾਹਿਬ ਦੇ ਵਿੱਚ ਦੀ ਪ੍ਰਸ਼ਨ ਉੱਤਰ ਫਿਰ ਚੱਲ ਪੈਣਗੇ। ਇੱਕ ਚੀਜ਼ ਜਿਹੜੀ ਹਜ਼ੂਰ ਨੇ ਸਾਨੂੰ ਦੱਸੀ ਹੈ, ਜੀਵਨ ਵਿੱਚ ਸਥਿਰਤਾ, ਸਟੈਬਿਲਿਟੀ ਬਹੁਤ ਮੁੱਲਵਾਨ ਵਸਤੂ ਹੈ, ਬਹੁਤ ਵੈਲਿਊਬਲ ਕੰਡੀਸ਼ਨ ਆਫ ਮਾਈਂਡ ਹੈ। ਔਰ ਜਿਤਨੇ ਅਸੀਂ ਸਟੇਬਲ ਹੁੰਦੇ ਰਵਾਂਗੇ ਉਤਨਾ ਅਸੀਂ ਨਾਮ ਦੇ ਨੇੜੇ ਜਾਣ ਦੀ ਪੋਸੀਬਿਲਿਟੀ ਰੱਖਦੇ ਹਾਂ। ਔਰ ਇਸ ਸਟੇਬਿਲਿਟੀ ਦਾ ਇੱਕ ਕੁੰਜੀ ਸਾਹਿਬ ਨੇ ਇਸ ਬਾਣੀ ਦੀ ਰਹਾਉ ਦੀ ਤੁਕ ਵਿੱਚ ਸਾਨੂੰ ਦਿੱਤੀ ਹੈ, ਇੱਕ ਚਾਬੀ, ਇੱਕ ਸੀਕਰੇਟ। ਕਿਆ ਭਾਵੀਏ ਸੱਚ ਸੂਚਾ ਹੋਏ। ਜਿਤਨਾ ਸੱਤ ਦੇ ਨੇੜੇ ਹੋਵਾਂਗੇ ਉਤਨੇ ਸਟੇਬਲ ਹੋਵਾਂਗੇ। ਔਰ ਜਿਤਨੇ ਸ਼ਬਦ ਦੇ ਨੇੜੇ ਹੋਵਾਂਗੇ, ਸਾਚ ਸ਼ਬਦ ਬਿਨ ਮੁਕਤ ਨਾ ਕੋਈ, ਉੱਥੋਂ ਫਿਰ ਭ੍ਰਮਣ ਮੁੱਕ ਜਾਏਗਾ। ਇੱਕ ਆਜ਼ਾਦੀ ਜੀਵਨ ਦੀ, ਬੰਧਨ ਰਹਿਤ ਜੀਵਨ, ਇੱਕ ਮਾਨਸਿਕ ਅਵਸਥਾ। ਆਜ਼ਾਦੀ ਫਿਜ਼ੀਕਲ ਤੌਰ 'ਤੇ ਨਹੀਂ, ਕਿਉਂਕਿ ਫਿਜ਼ੀਕਲ ਤੌਰ 'ਤੇ ਆਜ਼ਾਦੀ ਹੈ ਹੀ ਨਹੀਂ।
ਮੈਨ ਇਜ਼ ਨਾਟ ਐਨ ਆਈਲੈਂਡ, ਇਹ ਇੱਕ ਫਿਜ਼ੀਕਲ ਰਿਐਲਿਟੀ ਹੈ। ਅਸੀਂ ਸਾਰੇ ਦੂਸਰਿਆਂ 'ਤੇ ਡਿਪੈਂਡੈਂਟ ਹਾਂ। ਜਿਵੇਂ ਸਾਡੇ ਘਰ ਵਿੱਚ ਖਾਣਾ ਬਣਦਾ ਹੈ, ਉਹ ਕੋਈ ਕਿਸਾਨ ਆਪਣੇ ਖੇਤ ਵਿੱਚ ਉਹਨੂੰ ਬੀਜਦਾ ਹੈ। ਇਸ ਤਰ੍ਹਾਂ ਵੈਸੇ ਤਾਂ ਹਰ ਲੈਵਲ 'ਤੇ ਅਸੀਂ ਲੋਕ ਕਨੈਕਟਡ ਹਾਂ। ਉਹ ਕਨੈਕਸ਼ਨ ਫਿਜ਼ੀਕਲ ਲੈਵਲ 'ਤੇ ਇੱਕ ਆਜ਼ਾਦੀ ਬਣ ਕੇ ਸਾਹਮਣੇ ਆਉਂਦਾ ਹੈ। ਫਿਜ਼ੀਕਲ ਰਿਐਲਿਟੀ ਵਿੱਚ ਅਸੀਂ ਜੁੜੇ ਹਾਂ, ਪਰ ਅਸੀਂ ਬੰਨੇ ਵੀ ਹੋਏ ਹਾਂ। ਔਰ ਮਾਨਸਿਕ ਲੈਵਲ 'ਤੇ ਜਦੋਂ ਮਨ ਦੀ ਗੱਲ ਚੱਲਦੀ ਹੈ ਨਾਮ ਨਾਲ, ਤਾਂ ਉਹਦੇ ਵਿੱਚ ਮੁਕਤੀ ਦੀ ਗੱਲ ਨਾਲ ਚੱਲਦੀ ਹੈ। ਆਜ਼ਾਦ, ਫਰੀ, ਕੰਡੀਸ਼ਨਲੈਸ, ਇਸ ਤਰ੍ਹਾਂ ਦਾ ਮਤਲਬ ਹੋ ਗਿਆ। ਕਨੈਕਟਡ ਯੈਟ ਕੰਡੀਸ਼ਨਲੈਸ, ਕਿਉਂਕਿ ਨਾਮ ਆਧਾਰ ਹੈ ਜੀਵਨ ਦਾ, ਫਾਊਂਡੇਸ਼ਨ ਹੈ ਲਾਈਫ ਦੀ। ਪਰ ਜਿਤਨਾ ਅਸੀਂ ਇਸ ਫਾਊਂਡੇਸ਼ਨ ਨਾਲ ਜੁੜਾਂਗੇ, ਉਤਨੇ ਅਸੀਂ ਇਹਦੀ ਕੰਡੀਸ਼ਨਸ ਤੋਂ ਆਜ਼ਾਦ ਹੁੰਦੇ ਜਾਵਾਂਗੇ। ਕੋਈ ਵੀਰ ਭੈਣ ਅੱਜ ਦੀ ਹੈ 42ਵਾਂ ਪਦਾ ਪੜ੍ਹ ਦੇਣ, ਫਿਰ ਇਹਦੀ ਵਿਚਾਰ ਸ਼ੁਰੂ ਕਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹੋਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੈ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਊਤਮ ਹੋਏ। ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ। ਵਾਹਿਗੁਰੂ ਜੀ। ਗੁਰਮੁਖ ਦੀ ਗੱਲ ਅੱਗੇ ਚੱਲ ਰਹੀ ਹੈ। ਨਾਮ ਦੇ ਬਾਰੇ ਸਾਹਿਬ ਨੇ ਇਸ ਬਾਣੀ ਵਿੱਚ ਕਾਫੀ ਵਿਚਾਰ ਛੱਡੇ ਹਨ। ਗੁਰਮੁਖ ਅਗਰ ਇੱਕ ਮਨ ਦੀ ਅਵਸਥਾ ਹੈ ਤਾਂ ਨਾਮ ਉਹਦੇ 'ਚ ਰਸ ਹੈ। ਇਹ ਨਾਮ ਕਿੱਥੋਂ ਮਿਲਦਾ ਹੈ? ਹਜ਼ੂਰ ਨੇ ਸਾਨੂੰ ਪਿੱਛੇ ਦੱਸਿਆ ਹੈ। ਗੁਰੂ ਤੋਂ ਮਿਲਦਾ ਹੈ, ਸਾਹਿਬ ਕਹਿੰਦੇ ਹਨ। ਔਰ ਗੁਰੂ ਤੋਂ ਇੱਕ ਜੀਵਨ ਵੀ ਮਿਲਦਾ ਹੈ, ਜਿਹਦੇ ਵਿੱਚ ਅਧਿਆਤਮ ਸਪਿਰਿਚੁਅਲ ਜੀਵਨ ਹੁੰਦਾ ਹੈ। ਸਤਿਗੁਰ ਕੇ ਜਨਮੇ ਇੱਕ ਜਨਮ ਮਿਲਦਾ ਹੈ ਸਤਿਗੁਰੂ ਤੋਂ, ਜੋ ਸਪਿਰਿਚੁਅਲ ਜਨਮ ਹੈ। ਉਹਦੇ ਵਿੱਚ ਭ੍ਰਮਣ ਮਿਟ ਜਾਂਦਾ ਹੈ, ਗਮਨ ਮਿਟਾਇਆ। ਸਤਿਗੁਰ ਤੋਂ ਨਾਮ ਪਾਇਆ ਜਾਏ। ਗੁਰੂ ਬਾਰੇ ਅਸੀਂ ਸਾਰੇ ਲੋਕ ਕਾਫੀ ਕਨਫਿਊਜ਼ਡ ਹਾਂ। ਬਾਦਫਾ ਫੋਟੋ ਗੁਰੂ ਸਮਝ ਲੈਂਦੇ ਆ, ਜਾਂ ਫਿਰ ਸਰੀਰ ਮੰਨ ਲੈਂਦੇ ਆ। ਕਿਸੇ ਤੋਂ ਕਹਾਣੀ ਸੁਣੀ ਹੈ, ਕੋਈ ਜਨ ਮਿਲਿਆ ਹੈ, ਕਹਿੰਦਾ ਮੈਂ ਉਹਨਾਂ ਕੋਲ ਗਿਆ ਸੀ, ਬੜਾ ਚਮਤਕਾਰੀ ਗੁਰੂ ਹੈ, ਮੇਰੀ ਮੁਸੀਬਤ ਖਤਮ ਹੋ ਗਈ। ਕੀ ਇਹ ਗੁਰੂ ਦੀ ਪਰਖ ਹੈ? ਅਸੀਂ ਧਰਮ ਬਾਰੇ ਬੜੇ ਅਗਿਆਨੀ ਹਾਂ। ਅਗਰ ਮੈਂ ਧਰਮ ਨੂੰ ਅਸਲ ਨੇਚਰ ਇਨਸਾਨ ਦਾ ਗਿਣਾ, ਸਾਨੂੰ ਪਰਖ ਨਹੀਂ ਹੈ ਗੁਰੂ ਕੌਣ ਹੈ। ਗੁਰੂ ਨੂੰ ਵੀ ਅਸੀਂ ਇੱਕ IAS ਅਫਸਰ ਸਮਝ ਲਿਆ ਹੈ, ਜਿਹਦੇ ਕੋਲ ਫਾਈਲ ਜਾਏਗੀ ਔਰ ਮੇਰਾ ਟੈਂਡਰ ਪਾਸ ਹੋ ਜਾਏਗਾ, ਉਹੀ ਗੁਰੂ ਸਮਝ ਲਿਆ ਮੈਂ। ਆਪਣੇ ਕੰਮ ਕਰਾਉਣ ਦੀ ਇੱਕ ਵਿਧੀ, ਇੱਕ PR ਪਰਸਨ। ਅਸੀਂ ਜੀਵਨ ਦੇ ਵਿਘਨਾਂ ਨੂੰ ਸਮਝ ਨਹੀਂ ਪਾਏ ਲੱਗਦਾ ਹੈ। ਵਿਘਨ ਦਰਅਸਲ ਹੈਣ ਕਿੱਥੇ? ਉਹ ਸਾਨੂੰ ਸੋਰਸ ਨਹੀਂ ਦਿਖ ਰਿਹਾ।
ਅਸੀਂ ਸਿੰਪਟਮ ਨੂੰ ਬਿਮਾਰੀ ਸਮਝ ਲਿਆ ਹੈ, ਰੋਗ ਕਿਧਰੇ ਹੋਰ ਹੈ। ਤਾਂ ਅੱਜ ਦੇ ਗੁਰੂ ਵੀ PR ਪਰਸਨ ਹੀ ਹਨ, ਲੱਗਦਾ ਤੇ ਇਸੇ ਤਰ੍ਹਾਂ ਹੈ। ਕੁਝ ਆਰਟਿਸਟ ਹਨ, ਥੀਏਟਰ ਆਰਟਿਸਟ, ਕਿਉਂਕਿ ਡਰਾਮਾ ਵੀ ਨਾਲ ਚੱਲਦਾ ਹੈ। ਔਰ ਕੁਝ PR, ਇਹੀ ਅਸੀਂ ਗੁਰੂ ਸਮਝ ਬੈਠੇ ਹਾਂ। ਔਰ ਇਸ ਭੁਲੇਖੇ ਵਿੱਚ ਜਨਮ ਗਵਾ ਲੈਂਦੇ ਹਾਂ। ਅਗਰ ਮੇਰੀ ਭਾਲ ਹੀ ਸੱਚ ਦੀ ਨਹੀਂ ਹੋਏਗੀ ਤਾਂ ਸੱਚ ਕਿਵੇਂ ਮਿਲੇਗਾ? ਅਗਰ ਮੈਂ ਮੂੰਹ ਹੀ ਝੂਠ ਵੱਲ ਕਰਕੇ ਬੈਠਾਂਗਾ, ਅਗਰ ਮੈਂ ਲਾਈਟ ਤੋਂ ਮੂੰਹ ਫੇਰ ਕੇ ਪਿੱਠ ਕਰਕੇ ਬੈਠਾਂਗਾ ਤਾਂ ਲਾਈਟ ਦੇ ਕਿਵੇਂ ਦਰਸ਼ਨ ਹੋਣਗੇ? ਇਸ ਕਰਕੇ ਹਜ਼ੂਰ ਨੇ ਸਾਨੂੰ ਸਮਝਾਇਆ ਹੈ ਕਿ ਦੁੱਖ ਨੂੰ ਜੀ ਕੇ ਜਾਣ ਲਓ, ਦੁੱਖ ਹੈ ਕੀ, ਔਰ ਦੁੱਖ ਵਿੱਚ ਗਹਿਨ ਜਾਓ। ਦੁੱਖ ਤੋਂ ਸ਼ਾਇਦ ਕੋਈ ਰਸਤਾ ਖੁੱਲਦਾ ਹੈ। ਸੁੱਖ ਵਿੱਚ ਅੰਤਰ ਜਾਣ ਦਾ ਅਭਿਆਸ ਨਹੀਂ ਰਹਿੰਦਾ, ਕਿਉਂਕਿ ਬਾਹਰ ਸੁੱਖ ਦਿਖਦਾ ਪਿਆ ਹੈ। ਪਰ ਜਦੋਂ ਬਾਹਰਲੇ ਜੀਵਨ ਵਿੱਚ ਦੁੱਖ ਹੋਏ ਤਾਂ ਫਿਰ ਅੰਤਰ ਹੀ ਜਾਣ ਨੂੰ ਜੀ ਕਰਦਾ ਹੈ। ਰੋਗਾਂ ਦੇ ਕਾਰਨ ਲੱਭਣਾ, ਜਾਣ ਲੈਣਾ, ਫਿਰ ਹੀ ਉਹਦਾ ਹੱਲ ਨਿਕਲਦਾ ਹੈ। ਬਾਅਦ ਦਫਾ ਸਾਡੇ ਰੋਗ ਸਾਡੇ ਮਨ ਦੀ ਲੈਵਲ ਤੇ ਹਨ, ਔਰ ਸਾਡੀ ਸਰਚ ਵੀ ਸਿੰਪਟਮਸ ਨੂੰ ਹਟਾਉਣ ਦੀ ਹੈ, ਰੋਗ ਨੂੰ ਜਾਣਨ ਦੀ ਨਹੀਂ। ਤਾਂ ਦਰਦ ਇੱਕ ਸਟਿਮੂਲੈਂਟ ਹੈ, ਐਨਰਜੀ ਸੈਂਟਰ। ਹਜ਼ੂਰ ਤਾਂ ਕਹਿ ਰਹੇ ਹਨ ਕਿ ਦੁੱਖ ਔਰ ਸੁੱਖ ਦੋਨੋਂ ਇੱਕੋ ਜਿਹੇ ਪਹਿਲੂ ਹਨ। ਇਹ ਸਾਡਾ ਭੁਲੇਖਾ ਹੈ ਕਿ ਅਸੀਂ ਸੁੱਖ ਨੂੰ ਵੀ ਸੁੱਖ ਜਾਣਦੇ ਹਾਂ। ਇਹ ਦੁੱਖ ਦਾ ਹੀ ਦੂਜਾ ਲੱਛਣ ਹੈ। ਇਹ ਇਕੱਠੇ ਚੱਲਦੇ ਹਨ। ਮਹਾਰਾਜ ਕਹਿੰਦੇ ਹਨ, ਸੁੱਖ ਦੁੱਖ ਕੋ ਤੁਮ ਸਮ ਕਰ ਜਾਨੋ। ਤਾਂ ਦੁੱਖ ਮੈਨੂੰ ਮੇਰੀ ਸੁੱਖ ਦੀ ਭਾਲ ਤੋਂ ਹੀ ਮਿਲਦਾ ਹੈ। ਐਕਸਪੈਕਟੇਸ਼ਨ ਨਾਲ ਡਿਸਅਪੁਆਇੰਟਮੈਂਟ ਆਉਂਦੀ ਹੈ, ਔਰ ਦੁੱਖ ਦਾ ਮਿਲਣ ਸੁੱਖ ਦੀ ਸਰਚ ਵਿੱਚੋਂ ਮਿਲ ਜਾਂਦਾ ਹੈ। ਮੈਂ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ, ਦੁਨੀਆ ਨੂੰ ਦੋਸ਼ ਦਿੰਦਾ ਹਾਂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਾਂ ਸੁੱਖ ਭਾਲਦਾ ਸੀ, ਦੁੱਖ ਕਿਉਂ ਆਇਆ ਹੈ? ਪਰ ਇੱਥੇ ਹੁਕਮ ਦਾ ਰੋਲ, ਇਹ ਦੋਨੋਂ ਇੱਕੋ ਹੀ ਚੀਜ਼ ਹਨ। ਮੇਰੇ ਦੇਖਣ ਵਿੱਚ ਭੁਲੇਖਾ ਹੈ। ਹਜ਼ੂਰ ਨੇ ਸਾਨੂੰ ਇੱਕ ਫੰਡਾਮੈਂਟਲ ਗੱਲ ਤੋਂ ਬਾਰ-ਬਾਰ ਸੁਚੇਤ ਕੀਤਾ ਹੈ, ਔਰ ਉਹ ਹੈ ਹਉਮੈ। ਮੈਂ ਸੈਂਟਰਡ ਲਾਈਫ, ਦੁਖਦਾਰੀ ਲਾਈਫ ਹੋਏਗੀ। ਨਾਮ ਦੀ ਗੱਲ ਸਾਹਿਬ ਨੇ ਮਨ ਦੇ ਨਾਲ ਜੋੜੀ ਹੈ। ਇਹ ਨਾਮ ਕਿਤਨੀ ਉੱਚੀ ਅਵਸਥਾ ਹੈ, ਇਸ ਪੰਕਤੀ ਵਿੱਚ ਸਾਹਿਬ ਇਹ ਦੱਸ ਰਹੇ ਹਨ ਸਾਨੂੰ। ਨਾਮ ਕੀ ਹੈ? ਜਿੱਥੇ ਮੈਂ ਨਹੀਂ ਹਾਂ ਉੱਥੇ ਨਾਮ ਆਰੰਭ ਹੁੰਦਾ ਹੈ। ਜਿੱਥੇ ਮੇਰੀ ਥਾਟਸ ਵੀ ਗਈਆਂ, ਮਨ ਵੀ ਗਿਰ ਗਿਆ। ਹਜ਼ੂਰ ਨੇ ਸਾਨੂੰ ਇਨਵਾਈਟ ਕੀਤਾ ਹੈ ਇਸ ਨਾਮ ਵੱਲ। ਉਹਨਾਂ ਨੇ ਦੱਸਿਆ ਹੈ ਕਿ ਗਾਓ, ਉਹਦੇ ਗੁਣ ਗਾਓ, ਆਪਣੇ ਰੋਣੇ ਨਾ ਲੈ ਕੇ ਬੈਠੋ। ਅਗਰ ਆਪਣੇ ਰੋਣੇ ਲੈ ਕੇ ਬੈਠਾਂਗੇ ਤਾਂ ਸੈਲਫ ਸੈਂਟਰਡ ਬਣ ਜਾਵਾਂਗੇ, ਈਗੋ ਸੈਂਟਰਡ ਹੋ ਜਾਏਗਾ ਜ਼ਿਆਦਾ। ਉਹਦੇ ਗੁਣ ਗਾਵਾਂਗੇ ਤਾਂ ਸਰਵ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਹੱਲ ਉਸ ਨਾਮ ਵਿੱਚ ਹੈ। ਕੁਝ ਮਿਸਅੰਡਰਸਟੈਂਡਿੰਗ ਹੈ ਸਾਨੂੰ ਨਾਮ ਬਾਰੇ, ਬਹੁਤ ਹਲਕਾ ਜਾਣ ਲਿਆ ਇਸ ਨੂੰ। ਅਗਰ ਗੁਰੂ ਨਾਨਕ ਸਾਹਿਬ ਦੇ ਕਦਮਾਂ ਨੂੰ ਦੇਖੀਏ, ਉਹਨਾਂ ਦੇ ਵਿਚਾਰਾਂ ਨੂੰ ਪਰਖੀਏ, ਉਹਨਾਂ ਦੀ ਬਾਣੀ ਨੂੰ
ਆਪਸ ਵਿੱਚ ਸਾਂਝੀ ਕਰੀਏ ਤਾਂ ਅਸੀਂ ਕਿੱਥੇ ਖੜੇ ਹਾਂ। ਇੱਕ ਅਵਸਥਾ ਮਨ ਦੀ, ਜਿੱਥੇ ਮਨ ਆਜ਼ਾਦ ਹੈ ਹਉਮੈ ਤੋਂ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਗੁਰੂ ਨੂੰ ਮਿਲਣ ਦੀ ਨਿਸ਼ਾਨੀ ਹੈ। ਔਰ ਬਾਰ-ਬਾਰ ਗੁਰੂ ਨਾਨਕ ਸਾਹਿਬ ਸਾਨੂੰ ਨਾਮ ਨਾਲ ਜੋੜਦੇ ਹਨ। ਟੈਂਡਰ ਪਾਸ ਕਰਾ ਲੈਣਾ ਗੁਰੂ ਦੀ ਨਿਸ਼ਾਨੀ ਨਹੀਂ ਹੈ, PR ਪਰਸਨ ਦੀ ਜ਼ਰੂਰ ਹੋਏਗੀ। ਗੁਰੂ ਹੈ ਕੌਣ? ਅਸੀਂ ਗੁਰੂ ਨੂੰ ਅਗਰ ਮਿਲਣ ਜਾਵਾਂਗੇ ਐਕਸਪੈਕਟੇਸ਼ਨ ਦੇ ਵਿੱਚ, ਤਾਂ ਕੁਝ ਮੰਗਣ ਜਾਵਾਂਗੇ। ਗੁਰੂ ਤਾਂ ਜੋੜਨ ਵਾਲਾ ਹੈ। ਗੁਰੂ ਤਾਂ ਸਾਨੂੰ ਉਹਨਾਂ ਸ਼ਕਤੀਆਂ ਨਾਲ ਜੋੜਨ ਵਾਲਾ ਹੈ ਜਿਨ੍ਹਾਂ ਤੋਂ ਅਸੀਂ ਟੁੱਟੇ ਹੋਏ ਹਾਂ, ਜਿਸ ਨੂੰ ਸਾਹਿਬ ਨੇ ਨਿਰਅੰਜਨ ਕਿਹਾ ਹੈ। ਇੱਥੇ ਮੈਲ ਤੋਂ ਰਹਿਤ, ਮਾਇਆ ਤੋਂ ਰਹਿਤ। ਗੁਰੂ ਤਾਂ ਉਹਦੇ ਨਾਲ ਜੋੜਨਾ ਚਾਹੁੰਦਾ ਹੈ ਸਾਨੂੰ। ਜਿਵੇਂ ਕਿ ਸਾਨੂੰ ਇੱਕ ਸਾਡੀ ਲਾਈਫ ਵਿੱਚ ਇੱਕ ਹੀਰਾ ਹੋਏ ਔਰ ਸਾਨੂੰ ਉਹਦਾ ਗਿਆਨ ਨਾ ਹੋਏ, ਅਤੇ ਜੌਹਰੀ ਬਾਰ-ਬਾਰ ਸਾਨੂੰ ਇਸ਼ਾਰਾ ਕਰਦਾ ਹੋਏ ਕਿ ਇਸ ਹੀਰੇ ਵੱਲ ਦੇਖੋ, ਔਰ ਸਾਨੂੰ ਹੀਰਾ ਨਾ ਦਿਖੇ, ਅਸੀਂ ਪੱਥਰ ਹੀ ਦੇਖਦੇ ਰਹੀਏ, ਤਾਂ ਕੀ ਬਣੇਗਾ? ਕਨਫਿਊਜ਼ਨ। ਸਾਨੂੰ ਗੁਰੂ ਦੀ ਗੱਲ ਸਮਝ ਨਹੀਂ ਆ ਰਹੀ ਹੈ, ਕਿਉਂਕਿ ਸਾਨੂੰ ਪੂਰਾ ਭਰੋਸਾ ਨਹੀਂ ਹੈ। ਸਾਨੂੰ ਇਹ ਡਾਊਟ ਹੋ ਰਿਹਾ ਹੈ ਕਿ ਜੌਹਰੀ ਜਿਸ ਨੂੰ ਹੀਰਾ ਕਹਿ ਰਿਹਾ ਹੈ, ਉਹ ਤਾਂ ਹੀਰਾ ਦਿਖ ਨਹੀਂ ਰਿਹਾ। ਸਾਰੀ ਲਾਈਫ ਦੀ ਜੱਜਮੈਂਟ ਸਾਡੀ ਇੰਦਰੀਆਂ ਦੇ ਜ਼ਰੀਏ ਹੋ ਰਹੀ ਹੈ। ਟੱਚ, ਸੀ, ਹੇਅਰ, ਜਿਹੜੀ ਹੈ ਮਨ ਦੀਆਂ ਸ਼ਕਤੀਆਂ ਡਿਵਾਈਡ ਹੋਈਆਂ ਪਈਆਂ ਇੰਦਰੀਆਂ ਵਿੱਚ। ਇੱਥੋਂ ਹੀ ਅਸੀਂ ਜੀਵਨ ਨੂੰ ਜਾਣਨਾ ਚਾਹੁੰਦੇ ਹਾਂ। ਮੈਂ ਕੱਲ੍ਹ ਦੀ ਗੱਲ ਵੀ ਕ੍ਰਿਸ਼ਨਾ ਮੂਰਤੀ ਦੀ ਗੱਲ ਵਿਚਾਰੀ ਸੀ ਆਪ ਨਾਲ, ਜਿਹਦੇ 'ਚ ਇੱਕ ਓਬਜ਼ਰਵਰ ਔਰ ਓਬਜ਼ਰਵਡ ਦੀ ਗੱਲ ਕਰਦਾ ਹੈ, ਔਰ ਉਹ ਕਈ ਵਾਰ ਮੈਂ ਸੁਣਿਆ ਉਹ ਕਰਦਾ ਹੈ। ਜਦੋਂ ਕਹਿੰਦਾ ਦੇਖਣ ਵਾਲਾ ਔਰ ਦੇਖਣ ਵਾਲੀ ਵਸਤੂ ਦੋਨੋਂ ਇੱਕ ਹੋ ਜਾਣ, ਇੱਕ ਕੰਡੀਸ਼ਨਲੈਸ ਮਾਈਂਡ ਹੋਏ, ਜਿੱਥੇ ਦੁਆਇਤ ਖਤਮ ਹੋ ਜਾਏ, ਗੱਲ ਤਾਂ ਠੀਕ ਲੱਗਦੀ ਹੈ। ਅਸੀਂ ਦਰਅਸਲ ਉਸ ਦੁਆਇਤ ਵਿੱਚੋਂ ਹੀ ਆਪਣੇ ਹੱਲ ਲੱਭਣਾ ਚਾਹੁੰਦੇ ਹਾਂ, ਔਰ ਉਹਦੇ ਵਿੱਚ ਕੌਨਫਲਿਕਟ ਹੈ। ਮਨ ਅਗਰ ਡਿਵਾਈਡਡ ਰਹੇਗਾ ਤਾਂ ਕੌਨਫਲਿਕਟ ਵਿੱਚ ਰਹੇਗਾ, ਕਿਉਂਕਿ ਦੁਫਾੜ ਤਾਂ ਹੋ ਹੀ ਚੁੱਕਿਆ ਹੈ, ਔਰ ਵਿਚਾਰਾਂ ਵਿੱਚ ਕੌਨਫਲਿਕਟ ਹੈ। ਮੈਂ ਆਪਣੇ ਵਿਚਾਰਾਂ ਦੇ ਨਾਲ ਰਵਾਂਗਾ, ਕਨਫਿਊਜ਼ਨ ਵਿੱਚ ਰਵਾਂਗਾ ਸਦਾ ਹੀ, ਔਰ ਵਿਚਾਰਾਂ ਨੂੰ ਕੌਣ ਐਨਰਜੀ ਦੇ ਰਿਹਾ ਹੈ? ਮੈਂ ਦੇ ਰਿਹਾ। ਔਰ ਇਹਨਾਂ ਵਿਚਾਰਾਂ ਦਾ ਸੋਰਸ ਕੌਣ ਹੈ? ਮੇਰਾ ਐਕਸਪੀਰੀਅੰਸ ਲਾਈਫ ਦਾ, ਮੈਮਰੀਜ਼, ਜਾਂ ਇੱਕ ਕਲੈਕਟਿਵ ਮਾਈਂਡ ਵੀ ਹੈ, ਪਰ ਉਹ ਇਕਾਗਰ ਮਨ ਦੀ ਅਵਸਥਾ ਹੈ, ਜਿਵੇਂ ਜੜ ਹੋਏ ਪੇੜ ਦਾ। ਨਾਮ ਦੀ ਗੱਲ ਮੈਂ ਕਿਤਨੇ ਸੀਰੀਅਸਲੀ ਜੀਵਨ ਵਿੱਚ ਉਤਾਰਦਾ ਹਾਂ, ਐਸੇ ਤੋਂ ਡਿਫਾਈਨ ਹੋਏਗਾ ਕਿ ਮੈਂ ਜੀਵਨ ਨੂੰ ਜਿੱਤ ਕੇ ਜਾਵਾਂਗਾ ਕਿ ਹਾਰ ਕੇ। ਇੱਥੇ ਹੀ ਗੱਲ ਖੜੀ ਹੈ। ਲੱਗਦਾ ਮੈਨੂੰ ਬਹੁਤ ਕੰਪਲਿਕੇਟਡ ਹੈ, ਬਟ ਇਹ ਤਾਂ ਬੜੀ ਸਿੰਪਲ ਜੀ ਬਸ ਗੱਲ ਹੈ ਜਿਹੜੀ ਸਾਡੇ ਸਾਹਮਣੇ ਪਈ ਹੈ। ਗੁਰੂ ਕੋਲ ਜਾਵਾਂਗੇ, ਸੱਚਾ ਗੁਰੂ ਸਾਨੂੰ ਨਾਮ ਦੇਗਾ। ਅਸੀਂ ਕੀ ਮੰਗਣ ਜਾ ਰਹੇ ਹਾਂ, ਇਹ ਹੁਣ ਇੱਥੇ ਮੈਟਰ ਕਰਦਾ ਹੈ। ਜਦੋਂ ਅਸੀਂ ਐਕਸਪੈਕਟੇਸ਼ਨ ਵਿੱਚ ਜਾਵਾਂਗੇ ਤਾਂ ਡਿਸਅਪੁਆਇੰਟਮੈਂਟ ਵਿੱਚ ਵਾਪਸ ਆਵਾਂਗੇ, ਕਿਉਂਕਿ ਹਰ ਚੀਜ਼ ਕੰਪਲੀਟ ਹੁੰਦੀ ਹੈ ਲਾਈਫ ਵਿੱਚ, ਔਰ ਡਿਸਅਪੁਆਇੰਟਮੈਂਟ ਔਰ ਐਕਸਪੈਕਟੇਸ਼ਨ ਇੱਕ ਕੰਪਲੀਟ ਸਾਈਕਲ ਹੈ ਜਿਹੜਾ ਮੈਂ ਇਨੀਸ਼ੀਏਟ ਕਰ ਰਿਹਾ। ਜਾਂ ਫਿਰ ਜੋ ਹੈ ਮੇਰੇ ਕੋਲ ਉਹਦਾ ਗਿਆਨ ਮੈਨੂੰ ਮਿਲ ਜਾਏ। ਸਾਹਿਬ ਨੇ ਕਿਹਾ ਹੈ ਨਾਮ ਇੱਕ ਮਨ ਦੀ ਅਵਸਥਾ ਹੈ,
ਜਿਹੜੀ ਸਾਨੂੰ ਨਿਰੰਜਨ ਨਾਲ ਜੋੜੇਗੀ, ਇੱਕ ਨਿਰਮਲ ਮਨ ਦੀ ਅਵਸਥਾ ਨਾਲ ਜੋੜੇਗੀ, ਜਿਹਦੇ 'ਚ ਮੇਰੀ ਬਣਤ ਨਹੀਂ ਹੈ, ਮੇਰੀ ਐਨਰਜੀ ਨਹੀਂ ਲੱਗੀ ਹੈ। ਉਹ ਨੇਚਰ ਵਿੱਚ ਹੈ, ਉਹ ਨਿਸ਼ਾਨੀ ਹੈ ਨਿਰੰਜਨ ਦੀ, ਨਿਰੰਕਾਰ ਦੀ, ਕ੍ਰੀਏਟਰ ਦੀ। ਉਹ ਮਨ ਉਹਦਾ ਬਣਾਇਆ ਹੈ, ਉਹ ਪਰਫੈਕਸ਼ਨ ਹੈ ਜੀਵਨ ਦਾ। ਜਿਹੜੀ ਚੀਜ਼ ਨੂੰ ਮੈਂ ਬਣਾਵਾਂਗਾ ਉੱਥੇ ਪਰਫੈਕਸ਼ਨ ਨਹੀਂ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਇੱਕ ਧਾੜਵੀ ਆਦਮੀ, ਚੋਰ ਆਦਮੀ, ਬਾਬਾ ਬਿਧੀ ਚੰਦ ਗੁਰੂ ਅਰਜਨ ਸਾਹਿਬ ਕੋਲ ਗਏ ਹਨ। ਬੜਾ ਪ੍ਰੇਮ ਹੈ ਮਨ ਵਿੱਚ। ਗੁਰੂ ਪੁੱਛ ਬੈਠਦੇ ਹਨ, ਕੀ ਕਰਦੇ ਹੋ? ਬਾਬਾ ਬਿਧੀ ਚੰਦ ਕਹਿੰਦੇ ਹਨ, ਮੈਂ ਚੋਰ ਹਾਂ ਮਹਾਰਾਜ, ਧਾੜਵੀ ਆਦਮੀ ਹਾਂ। ਗੁਰੂ ਕਹਿੰਦੇ ਹਨ, ਚੰਗਾ, ਫਿਰ ਨਾਮ ਦੀ ਚੋਰੀ ਕਰੋ। ਗੁਰੂ ਨਾਮ ਨਾਲ ਜੋੜੇਗਾ, ਸਾਡੇ ਅਵਗੁਣ ਲੈ ਲਏਗਾ ਔਰ ਨਾਮ ਦੇ ਗੁਣ ਦੇ ਦੇਗਾ। ਇਹ ਗੁਰੂ ਦਾ ਰੋਲ ਹੈ। ਅਸੀਂ ਉਹਨੂੰ ਬੜਾ ਹਲਕਾ ਬਣਾ ਲਿਆ। ਇਹ ਜਿਹੜਾ ਸਿੱਖ ਔਰ ਗੁਰੂ ਦਾ ਮਿਲਨ ਹੈ, ਇਹ ਸਾਰੇ ਜੀਵਨਾਂ ਦਾ ਹੱਲ ਹੈ। ਅਗਰ ਜੀਵਨ ਇੱਕ ਪ੍ਰਸ਼ਨ ਹੈ, ਇੱਕ ਦੁੱਖ ਹੈ, ਇੱਕ ਕਨਫਿਊਜ਼ਨ ਹੈ, ਤਾਂ ਉਹਦੇ ਸਾਰੇ ਸੋਲੂਸ਼ਨ ਇਸ ਮਿਲਨ ਵਿੱਚ ਰੱਖੇ ਹਨ। ਅਗਰ ਇਹ ਮਨ ਦੀ ਲੈਵਲ ਤੇ ਮੀਟਿੰਗ ਹੈ ਤਾਂ, ਫਿਜ਼ੀਕਲ ਲੈਵਲ ਤੇ ਨਹੀਂ ਹੈ। ਐਸੇ ਕਰਕੇ ਸਿੱਖਾਂ ਨੂੰ, ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ, ਉਹ ਸਰੀਰ ਵੀ ਹੱਸ ਕੇ ਤਿਆਗ ਗਏ। ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਤੇ ਜਾਣਾ ਹੀ ਹੈ ਸਰੀਰ, ਪਰ ਜੋ ਮਨ ਦੀ ਲੈਵਲ ਤੇ ਮੈਨੂੰ ਮਿਲ ਰਿਹਾ ਹੈ, ਉਹਦੇ ਲਈ ਇਹਦਾ ਕੁਝ ਵੀ ਮੁੱਲ ਨਹੀਂ ਹੈ। ਤਾਂ ਉਹ ਹੱਸ ਕੇ ਸਰੀਰ ਤਿਆਗ ਗਏ ਹਨ। ਜਿਵੇਂ ਮਨਸੂਰ, ਇਹ ਕੋਈ ਛੋਟੀ ਗੱਲ ਨਹੀਂ ਹੈ। ਇੱਕ ਅੰਦਰ ਦੀ ਅਵੇਕਨਿੰਗ ਹੈ, ਇੱਕ ਐਮਪਾਵਰਮੈਂਟ ਹੈ, ਇੱਕ ਸੁਪਰ ਹਿਊਮਨ ਦੀ ਕੁਆਲਿਟੀ ਹੈ, ਜਿੱਥੇ ਉਹਨਾਂ ਨੂੰ ਇੱਕ ਇਹੋ ਜਿਹਾ ਜੀਵਨ ਦਿਖ ਗਿਆ ਜਿਹੜਾ ਸਰੀਰ ਤੋਂ ਪਰੇ ਹੈ, ਜਿਹਦੀ ਕੰਡੀਸ਼ਨਸ ਕੁਝ ਵੀ ਨਹੀਂ ਹਨ, ਸਰੀਰ ਵੀ ਕੰਡੀਸ਼ਨ ਨਹੀਂ ਹੈ। ਤਾਂ ਕਿ ਚੋਲੇ ਦੀ ਤਰ੍ਹਾਂ ਤਿਆਗ ਜਾਂਦੇ ਹਨ। ਧੰਨ ਹੋਣ ਉਹ ਸਿੱਖ ਜਿਨ੍ਹਾਂ ਨੂੰ ਗੁਰੂ ਨਾਲ ਮਿਲਣ ਹੋ ਗਿਆ। 1699 ਦੀ ਅਨੰਦਪੁਰ ਦੀ ਧਰਤੀ ਤੇ ਕੁਝ ਇਹੋ ਜਿਹੀ ਖੇੜੀ ਵਰਤੀ, ਇੱਕ ਪ੍ਰੇਮ ਦੀ ਗੱਲ ਚੱਲੀ ਹੈ। ਗੁਰੂ ਸਰੀਰ ਮੰਗ ਰਿਹਾ ਹੈ, ਬੜਾ ਹਲਕਾ ਸੌਦਾ ਹੈ, ਛੋਟਾ ਸੌਦਾ ਹੈ। ਸਰੀਰ ਦੇਖ ਕੇ ਸਭ ਕੁਝ ਮਿਲ ਜਾਏਗਾ, ਗੁਰੂ ਮਿਲ ਜਾਏਗਾ। ਪਰਿਵਾਰ ਤਾਂ ਸਾਰਿਆਂ ਦੇ ਹਨ, ਸਾਡੇ ਵੀ ਹਨ। ਸਾਨੂੰ ਡਰ ਸਤਾਉਂਦਾ ਹੈ, ਪਰਿਵਾਰ ਦਾ ਕੀ ਹੋਏਗਾ? ਇਹ ਥਾਟਸ ਹਨ, ਫੀਅਰਸ ਹਨ, ਪਾਰਟ ਆਫ ਕੰਪਲੈਕਸਿਸ। ਇਹ ਅਗਿਆਨਤਾ ਦੀ ਨਿਸ਼ਾਨੀ ਹੈ, ਮੇਰੀ ਅਗਿਆਨਤਾ ਦੀ ਨਿਸ਼ਾਨੀ ਹੈ। ਪਰ ਉਹਨਾਂ ਲੋਕਾਂ ਨੂੰ ਇਹੋ ਜਿਹੀ ਚੀਜ਼ ਨਹੀਂ ਸਤਾਈ ਹੈ। ਗੁਰੂ ਦਾ ਹੀ ਰੂਪ ਹੋ ਗਏ। ਫਿਰ ਗੁਰੂ ਵੀ ਇਸ ਤਰ੍ਹਾਂ ਦਾ ਮਿਲਿਆ ਕਿ ਸਦਾ ਲਈ ਮਿਲ ਗਿਆ। ਗੁਰੂ ਨੂੰ ਸਰੀਰ ਤਿਆਗਿਆ, ਗੁਰੂ ਨੇ ਸਭ ਕੁਝ ਦੇ ਦਿੱਤਾ। ਐਸੇ ਗੁਰੂ ਤੋਂ ਲੱਖ ਵਾਰ, ਕਰੋੜ ਵਾਰ ਆ ਜਾਈਏ, ਜਿਹੜਾ ਸੱਤ ਦਾ ਵਪਾਰੀ ਹੋਏ। IAS ਅਫਸਰ ਝੂਠ ਦੇ ਵਪਾਰੀ ਹਨ, PR ਪਰਸਨ। ਸੱਤ ਦਾ ਵਪਾਰੀ ਕੌਣ ਹੈ? ਗੁਰੂ ਤਾਂ ਸਭ ਕੁਝ ਲੈ ਕੇ ਇਹੋ ਜਿਹੇ ਭੰਡਾਰ ਦਿੰਦਾ ਹੈ, ਕਿਸੇ ਦਿਨ ਵਿਚਾਰਨੀ ਬਣਦੀ ਹੈ। ਭਾਈ ਮੰਝ ਦੀ ਬੜੀ ਅਚਰਜ ਕਥਾ ਹੈ। ਗੁਰੂ ਅਰਜਨ ਦੇ ਨਾਲ ਪ੍ਰੇਮ ਦੀ ਖੇਡ ਚੱਲੀ ਹੈ, ਔਰ ਕੈਸੀ ਖੇਡ ਚੱਲੀ ਹੈ।
ਰੌਂਗਟੇ ਖੜੇ ਹੋ ਜਾਂਦੇ ਹਨ ਸੁਣ ਕੇ। ਅਖੀਰ ਰਾਤ ਦੇ ਹਨੇਰੇ ਵਿੱਚ, ਜੰਗਲ ਦੇ ਵਿੱਚ, ਇੱਕ ਖੂਹ ਦੇ ਵਿੱਚ ਗਿਰੇ ਸਿੱਖ ਨੂੰ ਗੁਰੂ ਆਪਣੇ ਹੱਥਾਂ ਨਾਲ ਬਾਹਰ ਕੱਢਦਾ ਹੈ। ਨੰਗੇ ਪੈਰੀ ਭੱਜਦਾ ਹੈ ਗੁਰੂ। ਕਲਮੀਨੇਸ਼ਨ ਹੈ ਪ੍ਰੇਮ ਦੀ। ਇੱਕ ਇਮੋਸ਼ਨਲ ਲੈਵਲ ਤੇ ਬਹੁਤ ਕੁਝ ਵਰਤਿਆ ਹੈ, ਪਰ ਸਿੱਖ ਔਰ ਗੁਰੂ ਦਾ ਹੈ ਪਿਆਰ ਜਿਸ ਨੇ ਜੀਵਨ ਨੂੰ ਟ੍ਰਾਂਸੈਂਡ ਕਰ ਲਿਆ। ਅਖੀਰ ਗੁਰੂ ਨੇ ਪੁੱਛਿਆ, ਭਾਈ ਮੰਝ ਮੰਗੋ। ਤਾਂ ਭਾਈ ਮੰਝ ਕਹਿੰਦੇ ਹਨ, ਇਹੋ ਜਿਹਾ ਇਮਤਿਹਾਨ ਕਿਸੇ ਹੋਰ ਸਿੱਖ ਦਾ ਨਾ ਲੈਣਾ ਮਹਾਰਾਜ। ਉੱਥੇ ਵੀ ਸਰਬੱਤ ਹੀ ਮੰਗ ਲੈਂਦੇ ਹਨ। ਤਾਂ ਹਜੂਰ ਨੇ ਇੱਕ ਪਦਵੀ ਦਿੱਤੀ, ਭਾਈ ਮੰਝ ਗੁਰੂ का बोझ था, ਗੁਰੂ ਦਾ ਜਹਾਜ਼ ਜਿਸ ਨੇ ਹੋਰ ਸਿੱਖ ਧਾਰ ਦਿੱਤੇ ਹਨ, ਇਮਤਿਹਾਨ ਤੋਂ ਆਜ਼ਾਦ ਕਰ ਦਿੱਤਾ ਹੈ। ਇੱਕ ਪ੍ਰੇਮ ਹੈ, ਬੜਾ ਸੌਖਾ ਲੱਗਦਾ ਹੈ, ਪਰ ਪ੍ਰੇਮ ਵੀ ਬਹੁਤ ਗਹਿਨ ਹੈ। ਗੁਰੂ ਕੀ ਕਰਦਾ ਹੈ ਜੀਵਨ ਵਿੱਚ? ਗੁਰੂ ਨੂੰ ਮਿਲਣ ਲਈ ਅਸੀਂ ਕਿਉਂ ਜਾਈਏ ਔਰ ਗੁਰੂ ਕੀ ਕਰੇਗਾ? ਇਹ ਭੁਲੇਖੇ ਜੀਵਨ ਚੋਂ ਕੱਢਣੇ ਜ਼ਰੂਰੀ ਹਨ। ਸੱਚ ਵੱਖਰ ਕੇ ਹੰਮਣ ਜਾ ਰਹੇ, ਸੱਚ ਦੇ ਵਪਾਰੀ ਕੋਲ ਜਾ ਰਹੇ ਹਾਂ। ਝੂਠ ਮੰਗਾਂਗੇ ਤੇ ਚੁੱਕ ਜਾਵਾਂਗੇ। ਝੂਠ ਇਹ ਹੈ, ਝੂਠ ਉਹ ਹੈ ਜੋ ਸਦਾ ਲਈ ਨਹੀਂ ਹੈ। ਝੂਠ ਉਹ ਹੈ ਜੋ ਕਿਸੇ ਕੰਡੀਸ਼ਨ ਤੇ ਆਧਾਰ ਤੇ ਕੁਝ ਹੈ। ਝੂਠ ਹੈ ਉਹ ਹੈ ਜੋ ਸਰੀਰ ਦੇ ਨਾਲ ਖਤਮ ਹੋ ਜਾਏਗਾ। ਜੋ ਸਦਾ ਹੈ, ਸਥਿਰ ਹੈ, ਇਕਸਾਰ ਹੈ, ਨਿਰੰਤਰ ਹੈ, ਉਹੀ ਸੱਚ ਹੈ। ਸਤਨਾਮ। ਗੁਰਮੁਖ ਨਾਮ ਨਿਰੰਜਨ ਪਾਏ। ਗੁਰਮੁਖ ਤਾਂ ਉਹ ਹੈ ਜਿਸ ਨੇ ਨਾਮ ਤੋਂ ਫਿਰ ਨਿਰੰਜਨ ਨੂੰ ਪ੍ਰਾਪਤ ਕਰ ਲਿਆ। ਗੁਰਮੁਖ ਗੁਰੂ ਨੂੰ ਮਿਲਿਆ ਔਰ ਸਾਰੀ ਜੀਵਨ ਦਾ ਸਾਰ ਮਿਲ ਗਿਆ। ਜੀਵਨ ਹੀ ਬਦਲ ਗਿਆ। ਹੁਣ ਸਭ ਸੋਲਿਊਸ਼ਨਸ ਮਿਲ ਗਏ ਹਨ, ਪਰ ਇਹਦੇ ਲਈ ਨਾਮ ਨਾਲ ਵਾਸਤਾ ਰੱਖਣਾ ਪਏਗਾ। ਗੁਰੂ ਸ਼ਬਦ ਨਾਲ ਜੋੜੇਗਾ। ਸ਼ਬਦ ਦਾ ਅਭਿਆਸ ਮਨ ਦੀ ਲੈਵਲ ਵਿੱਚ ਨਿਰੰਤਰ ਚੱਲੇਗਾ। ਸ਼ਬਦ ਦੀ ਵਿਚਾਰ ਔਰ ਸ਼ਬਦ ਦਾ ਧਿਆਨ ਅਸੀਂ ਕਰਨਾ ਹੈ। ਤਾਂ ਸ਼ਬਦ ਕੀ ਕਰੇਗਾ ਮਹਾਰਾਜ? ਕੁਝ ਸ਼ਬਦ ਬਾਰੇ ਹੋਰ ਸਮਝਾਈ। ਨਿਰੰਕਾਰ ਸ਼ਬਦ ਹੈ। ਨਿਰੰਕਾਰ ਤੋਂ ਰਿਵੀਲ ਹੋਈ ਬਾਣੀ ਗੁਰੂ ਨਾਨਕ ਸਾਹਿਬ ਕੋਲ ਸ਼ਬਦ ਰੂਪ ਵਿੱਚ ਆਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਰਿਵੀਲ ਹੋ ਕੇ ਦਰਜ ਹੈ। ਤਾਂ ਨਿਰੰਕਾਰ ਔਰ ਇਸ ਬਾਣੀ ਦਾ ਇੱਕ ਮੇਲ ਹੈ। ਧਿਆਨ ਦੀ ਅਵਸਥਾ ਵਿੱਚ ਗੁਰੂ ਅਰਜਨ ਸਾਹਿਬ ਨੇ ਸਭ ਸ਼ਬਦਾਂ ਨਾਲ ਸਾਂਝ ਪਾਈ ਹੈ। ਸੁਰਤ ਕਰਕੇ ਇੱਕ ਮੋਹਰ ਲੱਗੀ ਹੈ ਗੁਰੂ ਦੀ। ਹਜ਼ੂਰੀ ਦੀ ਅਵਸਥਾ ਵਿੱਚ ਸਾਰੇ ਸ਼ਬਦ ਚੈੱਕ ਕੀਤੇ ਹਨ। ਕੌਨਫਲਿਕਟ ਤਾਂ ਨਹੀਂ ਆ ਰਿਹਾ। ਫਿਰ ਆਪਣੇ ਸਿੱਖ ਨੂੰ ਪੇਸ਼ ਕੀਤੇ ਹਨ। ਮਨ ਉਲਝਣ ਵਿੱਚ ਹੈ ਤਾਂ ਇਹਨੂੰ ਪੜ੍ਹ ਕੇ ਵਿਚਾਰ ਲਓ। ਮਨ ਨੂੰ ਨਿਰੰਕਾਰ ਨਾਲ ਜੋੜਨਾ ਹੈ ਤਾਂ ਇਸ ਸ਼ਬਦ ਨੂੰ ਮਨ ਵਿੱਚ ਵਸਾ ਲਓ। ਇਹੀ ਰਸਤਾ ਹੈ। ਬਜ਼ੁਰਗਾਂ ਨੇ ਮੈਨੂੰ ਕਿਹਾ, ਇੱਕ ਦਿਨ ਕਹਿੰਦੇ, ਮੂਲ ਮੰਤਰ ਦਾ ਅਭਿਆਸ ਇੰਨਾ ਕਰ
ਕਿ ਤੇਰੇ ਔਰ ਮੂਲ ਮੰਤਰ ਦੇ ਵਿੱਚ ਕੋਈ ਭੇਦ ਨਾ ਰਹਿ ਜੇ। ਘੜੇ ਹੈ ਮਨ ਨੂੰ, ਉੱਠਦੇ ਬੈਠੇ ਕਿੱਥੇ ਕਮਾਈ ਹੋ ਸਕਦੀ ਹੈ, ਮੁਸ਼ਕਲ ਹੈ। ਬਟ ਆਦੇਸ਼ ਉਹਨਾਂ ਦਾ ਇਹੀ ਸੀ, ਇੱਕ ਸ਼ਬਦ ਕੋਈ ਲੈ ਲਈਏ, ਉਹਨੂੰ ਆ ਜਨਮ ਕੜੀਏ। ਬਾਣੀ ਜਿਹੜੀ ਪੜ੍ਹਦੇ ਹਾਂ ਉਹ ਸਭ ਠੀਕ ਹੈ, ਪਰ ਇੱਕ ਸ਼ਬਦ ਇਸ ਤਰ੍ਹਾਂ ਇੰਟਰਨਲਾਈਜ਼ ਹੋ ਜੇ ਕਿ ਉਹ ਸਾਥ ਹੀ ਰਹੇ। ਮਹਾਰਾਜ ਕਹਿੰਦੇ ਨੇ ਗੁਰਮੁਖ ਹੋਮੇ ਸ਼ਬਦ ਜਲਾਏ। ਸ਼ਬਦ ਨੇ ਹੋਮੇ ਨੂੰ ਜਲਾ ਦਿੱਤਾ ਹੈ। ਮੈਂ ਆਪਣੀ ਥਾਟਸ ਵਿੱਚ ਹੀ ਉਲਝਿਆ ਰਹਿੰਦਾ ਹਾਂ ਸਾਰਾ ਦਿਨ। ਇਹਨਾਂ ਥਾਟਸ ਨੂੰ ਮੈਂ ਸ਼ਬਦ ਨਾਲ ਰਿਪਲੇਸ ਕਰ ਦਿੱਤਾ। ਹੁਣ ਸ਼ਬਦ ਚੱਲਦਾ ਹੈ। ਮੈਂ ਕੌਣ ਹਾਂ? ਮੈਂ ਆਪਣੇ ਆਪ ਨੂੰ ਆਪਣੇ ਹੰਕਾਰ ਤੋਂ ਹੀ ਜਾਣਦਾ ਹਾਂ, ਆਪਣੀ ਥਾਟਸ ਤੋਂ ਜਾਣਦਾ ਹਾਂ। ਮੈਂ ਦਾ ਐਕਸਪੀਰੀਅੰਸ ਥਾਟਸ ਨਾਲ ਹੀ ਮੇਰੇ ਕੋਲ ਆਉਂਦਾ ਹੈ। ਜਦੋਂ ਮੇਰੀਆਂ ਥਾਟਸ ਘਟਦੀਆਂ ਜਾਣਗੀਆਂ, ਹਉਮੈ ਗਿਰਦੀ ਜਾਏਗੀ। ਜਦ ਮਨ ਗਿਰ ਗਿਆ, ਮੈਂ ਵੀ ਗਿਰ ਗਿਆ। ਹੁਣ ਸ਼ਬਦ ਮਨ ਵਿੱਚ ਪੂਰਾ ਕਾਬਜ਼ ਹੋ ਗਿਆ। ਮਾਲਕ ਹੁਣ ਮੇਰਾ ਗੁਰੂ ਹੈ। ਹੁਣ ਸ਼ਬਦ ਗੁਰੂ ਹੈ। ਤਾਂ ਹਉਮੈ ਜਲ ਗਿਆ। ਜਿਵੇਂ ਲੱਕੜੀ ਔਰ ਲੋਹੇ ਦੋਨਾਂ ਨੂੰ ਇਕੱਠੇ ਅੱਗ ਦੇ ਵਿੱਚ ਪਾਇਆ ਜਾਏ ਤਾਂ ਸਿਰਫ ਲੋਹਾ ਰਹਿ ਜਾਏਗਾ। ਇਸੇ ਤਰ੍ਹਾਂ ਜਦ ਉਹ ਸ਼ਬਦ ਦੀ ਹਜ਼ੂਰੀ ਵਿੱਚ ਮਨ ਔਰ ਹਉਮੈ ਇਹਨਾਂ ਨੂੰ ਪਾਇਆ ਤਾਂ ਸ਼ਬਦ ਹੀ ਰਹਿ ਗਿਆ। ਹਉਮੈ ਗਿਰ ਗਈ, ਕਿਉਂਕਿ ਹਉਮੈ ਕਾਲ ਦੇ ਅੰਦਰ ਹੈ, ਸਮੇਂ ਦੇ ਅੰਦਰ ਹੈ। ਸ਼ਬਦ ਸਦਾ ਲਈ ਹੈ। ਹਉਮੈ ਔਰ ਸ਼ਬਦ ਰੂਪੀ ਮਨ ਵਿੱਚ ਤਪ ਦੀ ਘਾਟ ਹੈ, ਗੁਰੂ ਦੀ ਹਜ਼ੂਰੀ ਦੀ ਘਾਟ ਹੈ। ਉਹ ਜਿਤਨੀ ਮੈਂ ਕਮਾ ਲਵਾਂਗਾ, ਉਤਨੇ ਮੇਰੇ ਮਨ ਨੂੰ ਸ਼ਬਦ ਕੱਢ ਦੇਗਾ। ਕੜੀਏ ਸ਼ਬਦ ਸੱਚੀ ਟਕਸਾਲ। ਇਹੀ ਸੱਚੀ ਟਕਸਾਲ ਹੈ। ਅਸਲੀ ਵੈਲਥ ਦੁਨੀਆ ਦੀ ਇੱਥੇ ਬਣਦੀ ਹੈ। IAS ਅਫਸਰ ਦੀ ਫਾਈਲ ਤਾਂ ਸਿੰਪਟਮ ਹੈ। ਜੀਵਨ ਵਿੱਚ ਵਿਘਨ ਕਈ ਆਉਂਦੇ ਹਨ, ਪਰ ਉਹਨਾਂ ਵਿਘਨਾਂ ਕਰਕੇ ਜੀਵਨ ਦੀ ਰਿਐਲਿਟੀ ਨਾ ਜਾਣੀਏ, ਇਹ ਦੋਸ਼ ਸਾਡਾ ਹੈ। ਔਰ ਉਹਨਾਂ ਵਿਘਨਾਂ ਨੂੰ ਹੀ ਜੀਵਨ ਬਣਾ ਲਈਏ, ਇਹ ਵੀ ਦੋਸ਼ ਸਾਡਾ ਹੈ। ਨਾਮ ਨਾਲ ਜੁੜਨ ਦਾ ਸਥਾਨ, ਸੰਗਤ, ਸਮਾਂ, ਇਹ ਜੀਵਨ ਦੀ ਪ੍ਰਾਇਓਰਿਟੀ ਮੇਰੀ ਰਹੇ। ਇਹ ਅਰਦਾਸ ਮੈਂ ਗੁਰੂ ਨੂੰ ਕਰਦਾ ਹਾਂ। ਚੁੱਕਦਾ ਤੇ ਮੈਂ ਜ਼ਰੂਰ ਹਾਂ, ਪਰ ਟੈਂਡਾ ਟਿਕਦਾ ਚੜ੍ਹਦਾ ਜਾ। ਹਜ਼ੂਰ ਦੀ ਇਸ ਗੱਲ ਤੇ ਅਸੀਂ ਪਹਿਰਾ ਦੇਣਾ ਹੈ ਕਿ ਸ਼ਬਦ ਜਿਹੜਾ ਹੈ ਉਹ ਮਨ ਦੀ ਹਉਮੈ ਨੂੰ ਜਲਾਏਗਾ। ਇਹ ਆਪ ਅਗਰ ਇਸ ਨੂੰ ਧਿਆਨ ਨਾਲ ਵਿਚਾਰੋ ਤਾਂ ਮਨ ਦੀ ਸਾਈਕੋਲੋਜੀ ਗੁਰੂ ਨਾਨਕ ਸਾਹਿਬ ਬੜੀ ਕਲੀਅਰਲੀ ਖੋਲ੍ਹਦੇ ਪਏ ਹਨ। ਮਨ ਕੀ ਹੈ? ਜੀਵਨ ਦੇ ਹੱਲ ਕਿੱਥੇ ਨੇ? ਔਰ ਮੈਂ ਕਿਹੜੀਆਂ ਗਲਤੀਆਂ ਕਰ ਰਿਹਾ? ਇਹ ਸਭ ਸਾਡੇ ਵਿਚਾਰਨ ਦੀ ਲੋੜ ਹੈ। ਸਾਨੂੰ ਵਿਚਾਰਨ ਦੀ ਲੋੜ ਹੈ। ਸਾਨੂੰ ਇਸ ਚੀਜ਼ ਨੂੰ ਜਾਣਨ ਦੀ ਲੋੜ ਹੈ। ਇਹ ਸਮਾਂ ਮਿਲਿਆ ਹੈ। ਕੁਝ ਅਲੌਕਿਕ ਖੇਡ ਹੈ। ਸੋਚਿਆ ਨਹੀਂ ਸੀ, ਪਰ ਇਹ ਦੁਨੀਆ ਵਿੱਚ ਭੁਚਾਲ ਆਇਆ। ਅਸੀਂ ਸਿੱਧ ਗੋਸ਼ਟ ਵਿੱਚ ਆ ਕੇ ਬੈਠ ਗਏ। ਇਹ ਵੀ ਕੋਈ ਉਹਦੀ ਨਿਰੰਕਾਰ ਦੀ ਕਿਰਪਾ ਹੀ ਹੈ। ਗੁਰੂ ਨਾਨਕ ਸਾਹਿਬ ਨਾਲ ਕੁਝ ਸਮਾਂ ਚੱਲ ਰਹੇ ਹਾਂ। ਜੇ ਗੁਰੂ ਨੂੰ
अपना के अपना गुरु बना लईए तो गुरु का शब्द कमाना है। पूरे गुर ते नाम पाया जाए। गुरु ने की देना है? नाम देना है। जिवें कोई पौधा उपरों कट दिता होए, जीवन दे विघन उपर हन, थल्ले नाम है, कटिया पौधा भी पूरा जीवन है। नाम गया तो सब कुछ गया। उपरों पेड़ हरा दिखता है पर जड़ा खोखलियां हन तो वह पेड़ तक ही मुल है। उपरों पेड़ नहीं नज़र आ रहा, नाम जड़ा विच कायम है, स्थित है, जींदी जड़ा हन, पेड़ फिर आ जाएगा। इस तरह लगता है मैनू साडे जीवन का फोकस उस पेड़ की बाहरली तने ते है, क्योंकि वही सानू दिखदियां हन। वॉट वी सी स्टार्ट्स मैटरिंग टू अस, दैट बिकम्स द फोकस। बट वॉट इज अनसीन is actually the real world. अवगतो निर्मायल उपजे, निर्गुण ते सरगुण थिया। उस गैब तो नाम आ रहा है, मेरे मन नू हरा कर देगा। मन हरा हो गया तो जीवन हरा रहेगा। और मन दी जड़ा ते नाम नहीं है तो कुछ भी नहीं है। नानक निर्गुण गुण करे, गुणवंत्या गुण दे। सब जिन्हां कोल गुण हन उही दिंदा है, जिन्हां कोल नहीं हन उन्हों भी दिंदा है, जिन्हां कोल हैन उहदे दिते हैन। जुड़ना तो उहदे नाल है और उन्हों सानू गुरु जोड़दा है। पूरे गुर ते नाम पाया जाए। गुरु कोल बैठे, गुरु दे विचार सुने, गुरु दे ध्यान विच ध्यानस्थ हो गए, जीवन बदल गया। हुण गुरु कदे जाएगा नहीं। जीवन विच उलझांगे, कुछ चिर लई टुट भी सकते हाँ, बट बीज किधरे नहीं जाता नाम दा। हुण एक बार मन दी लेवल ते गुरु और सिख मिल गया, मिलन जरूर होए पर झूठा ना होए। पूरे गुर ते नाम पाया जाए। एक बार पूरे रूप में मत्था टेक दे, कोई अपने आप को अर्पण कर दे गुरु नानक साहब अगे। मेरी मत नहीं महाराज, आप तो मैं नाम मंगदा हाँ, पूरी एनर्जी नाल, पूरे मन नाल। मैनू नहीं लगता इहो जिहा मिलन कदरे किधरे जा सकता है। ध्यान रखना, गुरु सदाली है, काल तो परे है, चेंज तो परे है। और मैं जब अपना रस्सा गुरु के जहाज नाल बन लिया तो फिर मैं भी नाल तर जावांगा, मन दी लेवल ते। पर पूरे गुर ते नाम पाया जाए। महाराज कहते हैं कि गुरमुख हो में शब्द जलाए, शब्द होमे नू जला देगा और मैं निरंकार दे रूप विच दर्शन कर सकांगा। फिर उसते गुण गा सकांगा। गुरमुख साचे के गुण गाए, अपने गुण नहीं, अपनी परेशानियां नहीं, उहदे गुण। फिर एक रस आएगा उहदे गुणां विच। फिर उहदे गुण गाना, उसनूं गाना, उहदे नाल जुड़न नाल मन विच लिव लगेगी।
ਮਨ ਜੁੜ ਜਾਏਗਾ ਇੱਕ ਪਾਵਰ ਹਾਊਸ ਨਾਲ। ਇਸ ਤਰ੍ਹਾਂ ਲੱਗਦਾ ਹੈ। ਗੁਰਮੁਖ ਸਾਚੇ ਕੇ ਗੁਣ ਗਾਏ। ਅਸੀਂ ਸਾਰੇ ਧਰਮ ਦੀ ਬਾਹਰਲੇ ਨਿਸ਼ਾਨੀਆਂ ਤੇ ਰੁਕੇ ਹੋਏ ਹਾਂ, ਜਿਸ ਨੂੰ ਹਜ਼ੂਰ ਨੇ ਸਾਨੂੰ ਸਮਝਾਇਆ ਵੀ ਹੈ ਕਿ ਸ਼ਰੀਅਤ ਦੇ ਉੱਤੇ ਮੁਸਲਮਾਨ ਅਗਰ ਰੁਕ ਗਿਆ ਤੇ ਉਹ ਅਸਲ ਧਰਮ ਨਾ ਜਾਣ ਸਕਦਾ। ਸ਼ਰੀਅਤ ਦੇ ਵਿਚਾਰਾਂ ਵਿੱਚ ਹੀ ਰੁਕਿਆ ਰਿਹਾ, ਉਸ ਤੋਂ ਅੱਗੇ ਨਹੀਂ ਗਿਆ। ਕੁਝ ਇਹ ਸਾਡਾ ਵੀ ਇਹੀ ਹਾਲ ਹੈ। ਅਸੀਂ ਧਰਮ ਦੀ ਬਾਹਰ ਦੀ ਨਿਸ਼ਾਨੀਆਂ ਵਿੱਚ ਉਹਦੇ ਦਰਵਾਜ਼ੇ ਵਿੱਚ ਆ ਕੇ ਖਲੋ ਜਾਂਦੇ ਹਾਂ। ਨਾਮ ਵਿੱਚ ਆਪਣੇ ਆਪ ਨੂੰ ਵੇਚਣ ਦੀ ਤਿਆਰੀ 'ਚ ਨਹੀਂ ਹਾਂ। ਨਾਮ ਵਿੱਚ ਆਪਣੇ ਮਨ ਨੂੰ ਲੀਨ ਕਰਨ ਦੀ ਤਿਆਰੀ ਵਿੱਚ ਨਹੀਂ ਆਏ ਹਾਂ, ਨਹੀਂ ਤਾਂ ਮਨ ਬਦਲੀ ਹੋ ਜਾਏਗਾ। ਗੁਰਮੁਖ ਸਾਚੇ ਕੇ ਗੁਣ ਗਾਏ। एक पॉजिटिविटी है, ट्रांसेंडेंस है, एक मिलन दी सेलिब्रेशन है। गुरमुख साचे के गुण गाए। पूरे गुर ते नाम पाया जाए। सानू गुरु नाम नाल जोड़ना चाहता है, जिवें कि कोई असल वस्तु जीवन दी जड़, जीवन दी फाउंडेशन, जीवन दी सोर्स ऑफ एनर्जी, जीवन दी रियलिटी, जीवन दी वैल्थ नाम है। अपने सिख नूं गुरु पूरा करना चाहता है। बार बार नाम वल प्रेरते हैं। एक सिद्धगोष्ठ डॉक्यूमेंट बहुत ही उत्तम विचारां नाल साडे अगे आया है। यह बाणी मन नूं जोड़ देंदी है। एक ट्रांसफॉर्मेशनल बाणी है। इहो लगता है जिवें साहिब अपने आप नूं बाणी विच प्रगट कर रहे हैं। सानू जोड़न वास्ते यह बाणी साडे ले आई है। पूरे गुर ते नाम पाया जाए। ਜਿਹੜੇ ਲੋਕ ਜੀਵਨ ਵਿੱਚ ਸੱਤ ਨੂੰ ਜਾਣ ਲੈਂਦੇ ਹਨ, ਉਹ ਫਿਰ ਸੱਤ ਵਿੱਚ ਸਮਾ ਹੀ ਜਾਂਦੇ ਹਨ। ਉਹਨਾਂ ਦੇ ਜੀਵਨ ਵਿੱਚ ਕੌਨਫਲਿਕਟ ਖਤਮ ਹੋ ਜਾਂਦੇ ਹਨ। ਔਰ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਕੌਨਫਲਿਕਟ ਸਮਝਦੇ ਹਾਂ, ਦਰਅਸਲ ਉਹ ਸਮੇਂ ਦੇ ਅੰਦਰ ਹਨ। ਉਹਨਾਂ ਦੀ ਐਬਸੋਲੂਟ ਵਿੱਚ ਵੈਲਿਊ ਨਹੀਂ ਹੈ। और यह अध्यात्मक जीवन एक होर फाउंडेशन की गल करता है, जिहड़ा सदा लई है। सानू वो कॉम्प्रीहेंशन, इमेजिनेशन शायद पकड़ नहीं रही है कि इहदी वैल्यू की है। सानू यह चेंजिंग जीवन ही रियल दिखता है, जबकि शायद जीवन की रियलिटी वो वाला जीवन है। यह तो ट्रांजिएंट रियलिटी है। जिवें एक ट्रेन ते चढ़े हाँ, कुछ समय बाद उतर जाना है। ट्रेन साडे नाल घर नहीं जाएगी। इत्थे ही इहदे सुख और दुख रह जाणगे। पल्ले की ले जावांगे, वो मैटर करता है। जो इत्थे कमाया वो तो सारा इत्थे छड्ड के जाना है। केवल एक वस्तु नाल ले जा सकते हैं, जिहड़े जीवन की जड़ है, फाउंडेशन है। जिसने वो वस्तु पा ली तो उहदा जर्नी भी सफल हो गई। जिन्हें नहीं पाई वो खाली हाथ ही घर चला गया। इनकम्प्लीट, confused, chaotic, searching, disappointed।
ਇਹੀ ਹੋਣਗੇ ਨਾ ਵਿਚਾਰ ਮਨ ਦੇ। ਜਦੋਂ ਇੱਕ ਜਰਨੀ ਤੋਂ ਅਸੀਂ ਅਧੂਰੇ ਉਤਰਾਂਗੇ ਤਾਂ ਇਹੀ ਸੋਚ ਕੇ ਉਤਰਾਂਗੇ। ਨਾਮ ਬਿਨਾ ਔਰ ਨਾਮ ਦੇ ਨਾਲ ਇਹ ਫਰਕ ਹੈ। ਇੱਕ ਸੈਲੀਬ੍ਰੇਸ਼ਨ ਹੈ ਜੀਵਨ ਦੀ, ਇੱਕ ਡਿਸਅਪੁਆਇੰਟਮੈਂਟ ਹੈ ਜੀਵਨ ਦੀ। ਔਰ ਗੁਰੂ ਸਾਨੂੰ ਸੈਲੀਬ੍ਰੇਸ਼ਨ ਦੇਣਾ ਚਾਹੁੰਦਾ ਹੈ। ਮੈਨੂੰ ਵੀ ਨਹੀਂ ਮਿਲ ਰਹੀ ਹੈ, ਮੈਂ ਵੀ ਉਡੀਕ ਰਿਹਾ ਹਾਂ, ਪਰ ਇਸ ਬਾਣੀ ਨੂੰ ਪੜ੍ਹ ਕੇ ਆਸ ਬੜੀ ਜਗੀ ਹੈ, ਨਸ਼ਾ ਜਿਹਾ ਹੈ। ਸਾਹਿਬ ਕਹਿੰਦੇ ਹਨ ਗੁਰਮੁਖ ਸਾਚੇ ਰਹੇ ਸਮਾਏ। ਉਹ ਫਿਰ ਰਹਿ ਗਿਆ, ਉਹਦੇ ਵਿੱਚ ਹੁਣ ਮੂਵਮੈਂਟ ਨਹੀਂ ਰਹਿ ਗਈ, ਉਹਨੂੰ ਲੋੜ ਨਹੀਂ ਹੈ ਕਿਧਰੇ ਜਾਣ ਦੀ। ਆਵਣ ਜਾਣ ਤਾਂ ਉਹਦੇ ਵਿੱਚ ਹੁੰਦਾ ਹੈ ਜਿਹਨੂੰ ਇਨਕੰਪਲੀਟਨੈਸ ਦਿਖਦੀ ਹੈ, ਉਹ ਫਿਰ ਵੀ ਸਰਚ ਕਰਦਾ ਰਹਿੰਦਾ ਹੈ। ਪਰ ਜਿਹੜਾ ਕੰਪਲੀਟ ਹੋ ਗਿਆ ਨਾਮ ਨਾਲ, ਉਹ ਸਰਚ ਕਿਸ ਗੱਲ ਦੀ ਕਰੇਗਾ? ਫਿਰ ਸਮਾ ਜਾਏਗਾ। ਫਿਰ ਜਦੋਂ ਘਰ ਪਹੁੰਚ ਗਿਆ ਮੈਂ, ਤਾਂ ਫਿਰ ਮੈਂ ਕਿਤੇ ਜਾਣ ਦੀ ਲੋੜ ਨਹੀਂ, ਮੈਂ ਸਮਾ ਗਿਆ। I have arrived in permanence. I arrived in Anand. Conditionless life ਇੱਕ ਮਨ ਦੀ ਅਵਸਥਾ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਸਾਚ ਨਾਮ ਪਤ ਉਤਮ ਹੋਏ। ਗੁਰਮੁਖ ਸੱਚੇ ਨਾਮ ਨੂੰ ਜਾਣ ਲੈਂਦਾ ਹੈ ਔਰ ਉਸ ਨੂੰ ਪਤ ਉੱਤਮ ਹੋਏ। ਪਤ ਦਾ ਅਰਥ ਇੱਥੇ ਹੈ ਉਹਦੀ ਇੱਜ਼ਤ। ਜਦੋਂ ਮੈਂ ਜਰਨੀ ਨੂੰ ਸਕਸੈਸਫੁਲੀ ਕੰਪਲੀਟ ਕਰ ਲਿਆ ਤਾਂ ਉਹੀ ਇੱਜ਼ਤ ਹੋ ਗਈ। ਹੋਰ ਤਾੜੀਆਂ ਤਾਂ ਕੋਈ ਨਹੀਂ ਮਾਰੇਗਾ। ਪਰ ਇੱਕ ਸੈਲੀਬ੍ਰੇਸ਼ਨ ਵਿੱਚ ਮੈਂ ਪਾਰਟ ਹੋ ਗਿਆ ਤਾਂ ਤਾੜੀਆਂ ਦੀ ਲੋੜ ਵੀ ਨਹੀਂ ਹੈ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਇੱਕ ਸੈਲੀਬ੍ਰੇਸ਼ਨ ਹੈ। ਮਨ ਵਿੱਚ ਜਦੋਂ ਸ਼ਬਦ ਵਸ ਗਿਆ, ਇੱਕ ਆਨੰਦ ਉਤਰ ਗਿਆ, ਹਉਮੈ ਜਲ ਗਿਆ। ਗੁਰਮੁਖ ਸਾਚ ਨਾਮ ਪਤ ਉੱਤਮ ਹੋਏ। ਹੁਣ ਉੱਤਮ ਜੀਵਨ ਮਿਲ ਗਿਆ। ਕੁਆਲਿਟੀ ਆਫ ਲਾਈਫ ਚੇਂਜ ਹੋ ਗਈ। ਪਾਟੇ ਕੱਪੜੇ ਹੋ ਸਕਦਾ ਹੈ, ਪਰ ਮਨ ਦੀ ਅਵਸਥਾ ਦੀ ਚੜ੍ਹਦੀ ਕਲਾ ਔਰ ਇਕਾਗਰਤਾ ਔਰ ਮਨ ਦਾ ਅੰਤਰ ਦੀ ਅਵਸਥਾ ਉੱਤਮ ਹੈ। ਇਹ ਮੈਟਰ ਕਰਦਾ ਹੈ। 10 ਕਰੋੜ ਦੀ ਗੱਡੀ ਵਿੱਚ ਬੈਠਾ ਇਨਸਾਨ ਪਰੇਸ਼ਾਨੀਆਂ ਨਾਲ ਭਰਿਆ ਹੋਏ ਔਰ ਇੱਕ ਆਨੰਦ ਵਿੱਚ ਬੈਠਾ ਹੋਏ, ਕੁਛ ਵੀ ਨਾ ਹੋਏ, ਇੱਕ ਸਾਈਕਲ ਹੋਏ ਚਾਹੇ, ਰਾਜਾ ਕੌਣ ਹੈ? ਇੱਕ ਦਾ ਰਾਜ ਜਾਏਗਾ, ਇੱਕ ਦਾ ਰਾਜ ਸਦਾ ਹੈ। ਇੱਕ ਬਾਈ ਪ੍ਰੋਡਕਟਸ ਵਿੱਚ ਹੀ ਫਸ ਗਿਆ, ਸਿੰਪਟਮਸ ਨੂੰ ਹੀ ਲਾਈਫ ਸਮਝ ਲਿਆ। ਇੱਕ ਨੇ ਜੀਵਨ ਨੂੰ ਜਾਣ ਲਿਆ। ਇੱਕ ਸਲੇਵ ਹੈ, ਇੱਕ ਮਾਸਟਰ। ਬੜਾ ਫਰਕ ਹੈ। ਸਾਹਿਬ ਕਹਿੰਦੇ ਹਨ ਗੁਰਮੁਖ ਸਾਚ ਨਾਮ ਪਤ ਉੱਤਮ ਹੋਏ। ਨਾਮ ਦੀ ਕਿਤਨੀ ਨਿਰਾਲੀਆਂ ਗੱਲਾਂ ਗੁਰੂ ਸਾਹਿਬ ਨੇ ਸਾਨੂੰ ਦੱਸੀਆਂ ਹਨ। ਕੌਮੀ ਤੌਰ 'ਤੇ ਅਸੀਂ ਇਸ ਨਾਮ ਨੂੰ ਕਮਾ ਨਹੀਂ ਪਾ ਰਹੇ ਹਾਂ। ਇੰਡੀਵਿਜੂਅਲ ਤੌਰ 'ਤੇ ਵੀ ਨਹੀਂ ਕਰ ਪਾ ਰਹੇ, ਕੌਮੀ ਤੌਰ 'ਤੇ ਵੀ ਨਹੀਂ ਕਮਾ ਪਾ ਰਹੇ। ਨਹੀਂ ਤਾਂ ਇਹ ਹਾਲ ਨਾ ਹੋਏ ਕੌਮ ਦਾ ਜੋ ਅੱਜ ਹੈ। ਪਤ ਉੱਤਮ ਹੋਏ। ਇਸ ਭਾਵ ਤੋਂ ਅਗਰ ਜੀਵਨ ਨੂੰ ਸਮਝੀਏ ਜਾਂ ਕੌਮੀ ਅਵਸਥਾ ਨੂੰ ਵੀ ਸਮਝੀਏ ਤਾਂ ਕੌਮ ਇੱਕ ਰੋਗ ਵਿੱਚ ਗ੍ਰਸਤ ਹੈ ਅੱਜ, ਔਰ ਉਸ ਰੋਗ ਦਾ ਹੱਲ ਨਾਮ ਹੈ, ਜਿਸ ਨੂੰ ਅਸੀਂ ਸ਼ਾਇਦ ਅੱਜ ਕੱਲ੍ਹ ਦੀ ਰੋਜ਼ਮर्रा ਦੇ ਜੀਵਨ ਵਿੱਚ ਇਸ ਦੇ ਬਾਰੇ ਡਿਸਕਸ਼ਨ ਨਹੀਂ ਚਲਾਉਂਦੇ ਹਾਂ। ਲੋੜ ਹੈ। ਨਾਮ ਕੀ ਹੈ? ਨਾਮ ਕਿਵੇਂ ਕਮਾਇਆ ਜਾ ਸਕਦਾ ਹੈ? ਨਾਮ ਨੂੰ ਕਿਵੇਂ
ਜਾਣਨਾ ਹੈ, ਇਸ ਦੇ ਵਿਚਾਰਾਂ ਦੀ ਲੋੜ ਹੈ। ਇੱਕ ਮੁਰਦੇ ਨੂੰ ਅਸੀਂ ਅਗਰ ਮੁੜ ਜੀਵਨ ਦੇਣਾ ਹੈ ਤਾਂ ਉਹ ਨਾਮ ਤੋਂ ਹੀ ਹੋਏਗਾ। ਮੈਨੂੰ ਆਪਣੇ ਆਪ ਨੂੰ ਸਮਝਾਉਣਾ ਹੈ ਕਿ ਮੈਨੂੰ ਨਾਮ ਵਿੱਚ ਸਮਾਂ ਹੋਰ ਦੇਣਾ ਹੈ। ਅਗਰ ਮੈਂ ਨਾਮ ਵਿੱਚ ਲੀਨ ਹੁੰਦਾ ਹਾਂ ਤੇ ਆਈ ਐਮ ਪਾਰਟ ਆਫ ਦ ਸੋਲਿਊਸ਼ਨ, ਔਰ ਮੈਂ ਨਾਮ ਤੋਂ ਟੁੱਟ ਕੇ ਹੋਰ ਵਿਚਾਰਾਂ ਵਿੱਚ ਬਹਿਸ ਕਰਦਾ ਹਾਂ, ਆਈ ਐਮ ਪਾਰਟ ਆਫ ਦ ਪ੍ਰੋਬਲਮ। बेद कते बिफ्तरा पाई, दिल का फिक्र न जाए, टुकदम करारी जो करे, हाजिर हजूर खुदाए। बंदे खोज दिल हर रोज़, ना फिर परेशानी माए, एह जो दुनिया सहर मेला दस्तगीरी ना है। कादे लिए जीवन मिलिया है? हजूर तो कई बार सानू समझा चुके हैं कि इह ते समय की खेड है। ना परिवार रहेगा, ना कारोबार, ना इज्जत, ना मान, ना शरीर रहेगा। यह सब एक एक्सपीरियंस है और इसनों मैं अपना जान लिया है, जद कि यह है नहीं। की है असल तत्व जीवन का? हजूर कह रहे हैं शब्द और नाम है। मैं अपनी जीवन की कितनी एनर्जी शब्द और नाम में लगा रहा हाँ, यह दसेगा कि मैं गुरु नानक का सिख हाँ कि नहीं। मेरा मन कितना एकाग्र है। मन अगर गैर हाजिर है तो गुरु है ही नहीं। मन हाजिर है, एकाग्र है, तो ही गुरु की हजूरी है। साहिब कहते हैं कि जेड़ा गुरमुख ਇਹ ਕਮਾਈ ਕਰ ਲੈਂਦਾ ਹੈ, ਉਸ ਨੂੰ ਫਿਰ ਸਗਲ ਭਵਨ ਕੀ ਸੋਝੀ ਹੋਏ। ਉਹ ਜਾਣ ਗਿਆ ਕਿ ਨਿਰੰਕਾਰ ਕਿੱਥੇ ਹੈ। ਹਜੂਰ ਨੇ ਤਾਂ ਦੱਸਿਆ ਵੀ ਹੈ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ। ਪਰ ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਸ਼ਾਇਦ ਗੁਰਮੁਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਜੀਵਨ ਵਿੱਚ ਤੱਤ ਕੀ ਹੈ और मैं उहदे नाल किवें जुड़ना है। सारे प्रबंधां विच जिहड़ी हजूरी है जिसदी, वो नाम है। जद मैं नाम विच समा गया तो सारे प्रबंधां विच समा गया। और जदों मैनूं यह समझ आ गई मैं किस तरह जुड़ना है, तो मैनूं जीवन की एक सीक्रेट मिल गई। किसने दिती है? पूरे गुर ते नाम पाया जाए। धन गुरु नानक साहब हाज़र नादर जाणीए साहिब नूं, उन्हां दी बाणी नूं सर मत्थे मन विच प्रवान करिए, जीवन अपना पलटन का यतन करिए। गुरमुख नाम निरंजन पाए, गुरमुख होमे शब्द जलाए, गुरमुख साचे के गुण गाए, गुरमुख साचे रहे समाए, गुरमुख साच नाम पत उत्तम होए, नानक गुरमुख सगल भवन की सोझी होए। मैंने कई गलतियां कीतियां हन अज दे विचारां विच। आप बख्श देना। कुछ सुधार आप करो जरूर। जी आया नूं कुछ कहना चाहो, पुछना चाहो, दसना चाहो, जी सदके अज दी विचार इतनी ही प्रवान करना। वाहिगुरु जी का खालसा, वाहिगुरु जी की फतेह।